ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਆਓ ਜਿਹੜੀਆਂ ਖਬਰਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਚਾਰਾਂਗੇ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ। ਸਭ ਤੋਂ ਪਹਿਲੀ ਵੱਡੀ ਅਤੇ ਅਹਿਮ ਖਬਰ ਕੈਨੇਡਾ ਦੀ ਰਾਜਨੀਤੀ ਨਾਲ ਸੰਬੰਧਿਤ ਹੈ ਕਿ ਘੱਟ ਗਿਣਤੀ ਭਾਈਚਾਰੇ ਨੇ ਇੱਕ ਹੋਰ ਮੀਲ ਪੱਥਰ ਕੈਨੇਡਾ ਦੀ ਰਾਜਨੀਤੀ ਵਿੱਚ ਗੱਢਿਆ। दूसरी अहम ਅਤੇ ਵੱਡੀ ਖਬਰ ਇਹ ਹੈ ਕਿ ਲਗਭਗ 7 ਮਹੀਨਿਆਂ ਬਾਅਦ ਪਵਿੱਤਰ ਮੱਕਾ ਮਦੀਨਾ ਦੇ ਦਰਵਾਜ਼ੇ ਖੁੱਲ੍ਹ ਰਹੇ ਨੇ ਤੇ ਕੌਣ-ਕੌਣ ਮੱਕੇ ਦੀ ਯਾਤਰਾ ਕਰ ਸਕੇਗਾ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅਗਲੀ ਖਬਰ 99 ਵਰਿਆਂ ਦਾ ਇੱਕ ਬਜ਼ੁਰਗ ਜਿਸ ਨੂੰ ਆਖਿਆ ਜਾ ਰਿਹਾ ਕਿ ਪੀਜ਼ਾ ਬॉय, ਬੜੀ ਦਿਲਚਸਪ ਸਟੋਰੀ ਹੈ ਕਿ ਇਸ ਉਮਰ ਦੇ ਪੜਾਅ ਤੇ ਜਾ ਕੇ ਵੀ ਉਹ ਪੀਜ਼ਾ ਦੀ ਡਿਲੀਵਰੀ ਕਰ ਰਿਹਾ ਸੀ ਤੇ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਕਿਉਂ ਬਣਿਆ, ਇਹ ਖਬਰ ਆਪਣੇ ਆਪ ਵਿੱਚ ਮਹੱਤਵਪੂਰਨ ਹੈ। ਅਗਲੀ ਖਬਰ ਖੂਨ ਦੇ ਰਿਸ਼ਤਿਆਂ ਦੀ ਖਿੱਚ ਕਿਹੋ ਜਿਹੀ ਹੁੰਦੀ ਹੈ। ਇੱਕ ਨਹੀਂ ਦੋ ਨਹੀਂ ਸਗੋਂ ਕਈ ਮੁਲਕ ਪਾਰ ਕਰਦਾ ਇੱਕ ਪੋਤਾ ਆਪਣੀ ਦਾਦੀ ਨੂੰ ਮਿਲਣ ਵਾਸਤੇ 2800 ਕਿਲੋਮੀਟਰ ਦਾ ਪੈਦਲ ਰਸਤਾ ਪੈਂਡਾ ਤੈਅ ਕਰ ਗਿਆ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅਗਲੀ ਖਬਰ ਤੁਹਾਨੂੰ ਪਤਾ ਹੈ ਕਿ ਰੂਸ ਦੇ ਵਿੱਚੋਂ ਵੀ, ਚੀਨ ਵਿੱਚੋਂ ਵੀ, ਅਮਰੀਕਾ ਵਿੱਚੋਂ ਵੀ ਤੇ ਕਿ ਹੋਰ ਮੁਲਕਾਂ 'ਚੋਂ ਖਬਰਾਂ ਮਿਲ ਰਹੀਆਂ ਨੇ ਕਿ ਕੋਵਿਡ-19 ਦਾ ਟੀਕਾ ਬੜੀ ਛੇਤੀ ਮਿਲੇਗਾ। ਪਰ ਭਾਰਤ ਦੇ ਲੋਕਾਂ ਨੂੰ ਇਹ ਟੀਕਾ ਕਦੋਂ ਮਿਲਣ ਦੀ ਸੰਭਾਵਨਾ ਜਾਂ ਕਦੋਂ ਮਿਲੇਗਾ, ਭਾਰਤ ਦੇ ਸਿਹਤ ਮੰਤਰੀ ਨੇ ਕੀ ਕਿਹਾ, ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅਗਲੀ ਖਬਰ ਤੁਹਾਨੂੰ ਪਤਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਗੁੰਮ ਕਰ ਦਿੱਤੇ ਗਏ, ਕੁਝ ਕਹਿੰਦੇ ਸੜ ਗਏ। ਉਹ ਮਾਮਲਾ ਇੱਕ ਵਾਰੀ ਫਿਰ ਤੋਂ ਗਰਮਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਲਟੀਮੇਟਮ ਦੇ ਦਿੱਤਾ ਗਿਆ। ਇਹ ਅਲਟੀਮੇਟਮ ਕਿਹਨੇ ਦਿੱਤਾ ਹੈ, ਕਿੰਨੇ ਦਿਨਾਂ ਦਾ ਦਿੱਤਾ ਹੈ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆਓ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਕਰੀਏ ਚਰਚਾ। ਪਰ ਉਸ ਤੋਂ ਪਹਿਲਾਂ ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਨਵਾਂ ਵੀਡੀਓ ਅਪਲੋਡ ਕਰ ਦਿੱਤਾ ਗਿਆ ਹੈ। ਪਹਿਲਾਂ ਸਾਰੀਆਂ ਖਬਰਾਂ ਦੇਖਿਓ। ਜਾਣਕਾਰੀਆਂ ਜੇਕਰ ਚੰਗੀਆਂ ਲੱਗੀਆਂ ਫਿਰ ਵੀਡੀਓ ਸ਼ੇਅਰ ਅਤੇ ਲਾਈਕ ਕਰਨ ਦੀ ਢਿੱਲ ਨਾ ਰੱਖਿਓ, ਇਹ ਸਾਡੀ ਤੁਹਾਨੂੰ ਬੇਨਤੀ ਹੈ। ਆਓ ਹੁਣ ਸਭ ਤੋਂ ਪਹਿਲਾਂ ਕੈਨੇਡਾ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ। ਕੈਨੇਡਾ ਦੇ ਵਿੱਚ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ, NDP ਪਾਰਟੀ ਅਤੇ ਚੌਥੀ ਪਾਰਟੀ ਗ੍ਰੀਨ ਪਾਰਟੀ। ਤੁਹਾਨੂੰ ਪਤਾ ਹੋਣਾ ਹੈ ਕਿ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ NDP ਪਾਰਟੀ ਦੇ ਜਿਹੜੇ ਲੀਡਰ ਬਣੇ ਉਹ ਜਗਮੀਤ ਸਿੰਘ ਨੇ, ਦਸਤਾਰਧਾਰੀ ਸਾਬਤ ਸੂਰਤ ਸਿੱਖ ਨੇ। ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਕਿ ਕਿਸੇ ਨੈਸ਼ਨਲ ਪਾਰਟੀ ਦਾ ਲੀਡਰ ਕਿਸੇ ਘੱਟ ਗਿਣਤੀ ਭਾਈਚਾਰੇ ਦੇ ਵਿੱਚੋਂ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਦਾ ਬਣਨਾ। ਕੈਨੇਡਾ ਦੀ ਗ੍ਰੀਨ ਪਾਰਟੀ ਦੇ ਵਿੱਚ ਵੀ ਇੰਝ ਹੀ ਹੋ ਗਿਆ। ਕੈਨੇਡਾ ਦੀ ਗ੍ਰੀਨ ਪਾਰਟੀ ਨੇ ਟੋਰਾਂਟੋ ਦੀ ਰਹਿਣ ਵਾਲੀ ਮਨੁੱਖੀ ਅਧਿਕਾਰਾਂ ਦੀ ਵਕੀਲ ਐਨਵੀ ਪੌਲ ਨੂੰ ਆਪਣਾ ਨਵਾਂ ਪ੍ਰਧਾਨ ਚੁਣ ਲਿਆ। ਐਨਵੀ ਪੌਲ ਨੇ 8ਵੀਂ ਬੈਲਟ ਵਿੱਚ ਵੋਟਾਂ ਦੇ ਵੱਡੇ ਫਰਕ ਦੇ ਨਾਲ ਦਮਿਤਰੀ ਲਾਸਕਰੇਸ ਨੂੰ ਹਰਾ ਕੇ ਗ੍ਰੀਨ ਪਾਰਟੀ ਦੀ ਪ੍ਰਧਾਨਗੀ ਦੀ ਚੋਣ ਜਿੱਤੀ ਹੈ। ਇਹਨਾਂ ਤੋਂ ਪਹਿਲਾਂ ਐਲਿਜ਼ਾਬੈਥ ਮੇ ਸਭ ਤੋਂ ਪਹਿਲੇ ਮੈਂਬਰ ਸੀ ਜਿਹੜੇ ਮੈਂਬਰ ਪਾਰਲੀਮੈਂਟ ਜਿੱਤ ਕੇ ਗ੍ਰੀਨ ਪਾਰਟੀ ਦੇ ਪ੍ਰਧਾਨ ਵੀ ਸਨ। ਓਟਵਾ ਦੇ ਵਿੱਚ ਮੈਂਬਰ ਪਾਰਲੀਮੈਂਟ ਬਣ ਕੇ ਪਹੁੰਚੇ ਸੀ। ਹੁਣ ਇਹ ਐਲਿਜ਼ਾਬੈਥ ਮੇ ਦੀ ਥਾਂ ਨਵੇਂ ਗ੍ਰੀਨ ਪਾਰਟੀ ਦੇ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ, ਜਿਨ੍ਹਾਂ ਨੂੰ 13 ਸਾਲ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਅਹੁਦੇ ਤੋਂ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਐਲਿਜ਼ਾਬੈਥ ਨੇ। ਤੇ ਹੁਣ ਪੌਲ ਅਸਲ ਦੇ ਵਿੱਚ ਇੱਥੋਂ ਦੇ ਮੇਨ ਸਟ੍ਰੀਮ ਭਾਈਚਾਰੇ ਨਾਲ ਬਿਲਕੁਲ ਤਾਲੁਕ ਨਹੀਂ ਰੱਖਦੀ, ਕਿਉਂਕਿ ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਭਾਵੇਂ ਕੰਜ਼ਰਵੇਟਿਵ ਪਾਰਟੀ ਹੈ ਭਾਵੇਂ ਲਿਬਰਲ ਪਾਰਟੀ ਹੈ, ਉਹਨਾਂ ਦੇ ਪ੍ਰਧਾਨ ਇੱਥੋਂ ਦੇ ਮੂਲ ਨਿਵਾਸੀ ਭਾਈਚਾਰੇ ਨਾਲ ਵੀ ਸੰਬੰਧਿਤ ਨਹੀਂ ਪਰ ਗੋਰਿਆਂ ਨਾਲ ਸੰਬੰਧਿਤ ਜ਼ਰੂਰ ਨੇ। ਪਰ ਹੁਣ ਜਿਹੜੇ ਪੌਲ ਨੇ ਇਹ ਗੈਰ ਗੋਰੀ ਹੈ, ਇਹ ਪਹਿਲੀ ਔਰਤ ਬਣੀ ਹੈ ਜਿਹੜੀ ਕੈਨੇਡਾ ਦੀ ਕਿਸੇ ਨੈਸ਼ਨਲ ਸਿਆਸੀ ਪਾਰਟੀ ਦੀ ਆਗੂ ਬਣੀ ਹੋਵੇ, ਕਿਉਂਕਿ ਪਹਿਲਾਂ ਵੀ ਘੱਟ ਗਿਣਤੀ ਵਿੱਚੋਂ ਮੈਂ ਜਗਮੀਤ ਸਿੰਘ ਦਾ ਜ਼ਿਕਰ ਕੀਤਾ ਪਰ ਉਹ ਔਰਤ ਨਹੀਂ। ਇਹ ਪਹਿਲੀ ਔਰਤ ਵੀ ਹੈ ਅਤੇ ਇਹਦੇ ਨਾਲ ਨਾਲ ਇਹਨਾਂ ਨੇ ਇਤਿਹਾਸ ਸਿਰਜਿਆ ਤੇ ਸਿਆਹ ਮੂਲ ਦੀ ਔਰਤ ਹੈ ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਕੈਨੇਡਾ ਦੀ ਨੈਸ਼ਨਲ ਪਾਰਟੀ ਦੇ ਵਿੱਚ ਇਹਨਾਂ ਨੇ ਆਪਣੀ ਪ੍ਰਧਾਨਗੀ ਦਾ ਅਹੁਦਾ ਜਿੱਤਿਆ ਹੋਵੇ। ਹੁਣ ਓਟਵਾ ਦੀ ਆਰਟ ਗੈਲਰੀ ਵਿੱਚ ਆਪਣੇ ਜੇਤੂ ਭਾਸ਼ਣ ਦੇ ਦੌਰਾਨ ਬਹੁਤ ਕਮਾਲ ਦੀਆਂ ਗੱਲਾਂ ਪੌਲ ਨੇ ਕਹੀਆਂ ਨੇ। ਉਹਨੇ ਕਿਹਾ ਕਿ ਆਪਣੇ ਆਪ ਨੂੰ ਗੁਲਾਮਾਂ ਦੀ ਔਲਾਦ ਅਤੇ ਨਿਆਂ ਦੀ ਲੜਾਈ ਲੜ ਰਹੇ ਆਦਿਵਾਸੀ ਲੋਕਾਂ ਦੀ ਆਪਣੇ ਆਪ ਨੂੰ ਉਹਨੇ ਸਾਥੀ ਦੱਸਿਆ। ਪੌਲ ਨੇ ਕਿਹਾ ਕਿ ਇਤਿਹਾਸਕ ਪਲ ਨੇ
ਜਿਨ੍ਹਾਂ ਨੂੰ ਉਹ ਆਪਣੀ ਜ਼ਿੰਦਗੀ ਭਰ ਯਾਦ ਰੱਖੇਗੀ। ਪੌਲ ਨੇ ਜ਼ਿਆਦਾ ਆਪਣਾ ਸਮਾਂ ਆਪਣਾ ਕੈਰੀਅਰ ਕੌਮਾਂਤਰੀ ਸੰਸਥਾਵਾਂ ਵਿੱਚ ਗੁਜ਼ਾਰਿਆ, ਜਿਨ੍ਹਾਂ ਵਿੱਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਅਤੇ ਕੈਨੇਡਾ ਦਾ ਯੂਰਪੀਅਨ ਯੂਨੀਅਨ ਮਿਸ਼ਨ ਵੀ ਸ਼ਾਮਲ ਹੈ। ਪੌਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੇਰਾ ਜਨਮ ਟੋਰਾਂਟੋ 'ਚ ਹੋਇਆ। ਮੇਰੀ ਮਾਂ ਟੋਰਾਂਟੋ ਦੇ ਸਕੂਲਾਂ 'ਚ ਪੜ੍ਹਾਉਂਦੀ ਰਹੀ। ਮੇਰੀ ਦਾਦੀ ਟੋਰਾਂਟੋ ਸੈਂਟਰ ਦੇ ਹਸਪਤਾਲਾਂ ਵਿੱਚ ਇੱਕ ਫਰੰਟ ਲਾਈਨਰ ਦੇ ਤੌਰ ਤੇ ਸੇਵਾਵਾਂ ਦਿੰਦੀ ਰਹੀ। ਮੈਂ ਟੋਰਾਂਟੋ ਵਾਸੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਾਂਗੀ। ਉਹਨਾਂ ਇਹ ਵੀ ਕਿਹਾ ਕਿ ਲੰਬੇ ਸਮੇਂ ਤੋਂ ਮੈਂ ਵੇਖਿਆ ਕਿ ਜਿਹੜੀ ਪਾਰਟੀ ਸਾਡੇ ਇਸ ਇਲਾਕੇ ਦੇ ਵਿੱਚ ਚੋਣ ਜਿੱਤਦੀ ਆ ਰਹੀ ਹੈ, ਸਭ ਤੋਂ ਵੱਧ ਉਸਨੇ ਸਾਨੂੰ ਅਣਗੌਲਿਆ ਕੀਤਾ ਹੈ। ਪਰ ਹੁਣ ਉਹ ਨੈਸ਼ਨਲ ਪਾਰਟੀ ਜਿਹੜੀ ਗ੍ਰੀਨ ਪਾਰਟੀ ਕੈਨੇਡਾ ਦੀ, ਉਸ ਦੀ ਪ੍ਰਧਾਨਗੀ ਦੇ ਅਹੁਦੇ ਤੇ ਬਿਰਾਜਮਾਨ ਹੋ ਗਈ ਹੈ। ਵੇਖਦੇ ਹਾਂ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੈ। ਸੁਣ ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਮੁਸਲਿਮ ਭਾਈਚਾਰੇ ਦੇ ਵਾਸਤੇ ਇਹ ਬਹੁਤ ਵੱਡੀ ਅਹਿਮ ਖਬਰ ਹੈ। ਲਗਭਗ 7 ਮਹੀਨੇ ਹੋ ਗਏ ਸੀ ਪਵਿੱਤਰ ਮੱਕਾ ਦੇ ਦਰਵਾਜ਼ੇ ਉਹ ਸੋਚਦੇ ਸਨ ਕਿ ਕਦੋਂ ਖੁੱਲਣਗੇ, ਕਿਉਂਕਿ ਕੋਵਿਡ-19 ਮਹਾਮਾਰੀ ਦੇ ਕਾਰਨ ਪਾਬੰਦੀਆਂ ਲੱਗੀਆਂ ਹੋਈਆਂ ਸਨ। 7 ਮਹੀਨਿਆਂ ਬਾਅਦ ਸਾਊਦੀ ਅਰਬ ਦੇ ਵਿੱਚ ਅੱਜ ਉਮਰਾ ਦੇ ਵਾਸਤੇ ਮੁਸਲਮਾਨਾਂ ਦੇ ਪਵਿੱਤਰ ਸਥਾਨ ਮੱਕਾ ਦੇ ਦਰਵਾਜ਼ੇ ਮੁੜ ਕੇ ਸ਼ਰਧਾਲੂਆਂ ਵਾਸਤੇ ਖੋਲ੍ਹ ਦਿੱਤੇ ਗਏ ਹੈ। ਆਮ ਤੌਰ ਤੇ ਹਰ ਵਰੇ ਦੁਨੀਆ ਭਰ ਦੇ ਵਿੱਚੋਂ ਲਗਭਗ 20 ਲੱਖ ਮੁਸਲਮਾਨ ਉਮਰਾ ਵਾਸਤੇ ਮੱਕਾ ਜਾਂਦੇ ਹੈ, ਪਰ ਇਸ ਵਾਰ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਉਮਰਾ ਨੂੰ 3 ਪੜਾਵਾਂ ਦੇ ਵਿੱਚ ਵੰਡ ਦਿੱਤਾ ਗਿਆ ਹੈ। ਸ਼ੁਰੂਆਤੀ ਪੜਾਅ ਦੇ ਵਿੱਚ ਸਿਰਫ 6000 ਨਾਗਰਿਕਾਂ ਨੂੰ ਰੋਜ਼ਾਨਾ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਜਾਣਕਾਰੀ ਮਿਲੀ ਆ, ਜਿਹੜੀ ਉੱਥੋਂ ਦੀ ਖਬਰ ਏਜੰਸੀ ਆ ਉਹ ਹੈ ਐਗਨੇਸ ਫਰਾਂਸ। ਉਹਦੇ ਮੁਤਾਬਕ ਹਜ ਮੰਤਰੀ ਮੁਹੰਮਦ ਬੈਨਟ ਨੇ ਦੱਸਿਆ ਕਿ ਬੀਤੇ ਹਫ਼ਤੇ ਜਦੋਂ ਉਹ ਇੱਕ ਉੱਥੋਂ ਦੇ ਸਰਕਾਰੀ ਟੀਵੀ ਦੇ ਉੱਤੇ ਮੁਲਾਕਾਤ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਕਿ ਉਮਰਾ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਬਹੁਤ ਸਾਵਧਾਨੀਆਂ ਵਰਤਦੇ ਹੋਏ ਇੱਕ ਨਿਸ਼ਚਿਤ ਮਿਆਦ ਦੇ ਅੰਦਰ ਇਹ ਸਭ ਕੁਝ ਕਰਾਂਗੇ। ਮੰਤਰੀ ਬੈਟਨ ਨੇ ਇਹ ਵੀ ਕਿਹਾ ਕਿ ਸਮਾਜਿਕ ਦੂਰੀ, ਜਿਸ ਨੂੰ ਸੋਸ਼ਲ ਡਿਸਟੈਂਸਿੰਗ ਕਹਿੰਦੇ ਆ, ਉਹਨੂੰ ਬਹੁਤ ਯਕੀਨੀ ਰੱਖਿਆ ਜਾਏਗਾ ਅਤੇ ਸਾਰੇ ਸ਼ਰਧਾਲੂਆਂ ਨੂੰ ਗਰੁੱਪਾਂ ਦੇ ਵਿੱਚ ਵੰਡ ਕੇ ਭੇਜਿਆ ਜਾਏਗਾ। 18 ਅਕਤੂਬਰ ਤੋਂ 40,000 ਲੋਕ ਇਕੱਠੇ ਨਮਾਜ਼ ਅਦਾ ਕਰ ਸਕਣਗੇ ਅਤੇ ਮੁਸਲਿਮ ਭਾਈਚਾਰਾ ਗ੍ਰੈਂਡ ਮਸਜਿਦ ਦੇ ਚੱਕਰ ਲਗਾਉਣ ਦੀ ਰਸਮ ਵੀ ਨਿਭਾ ਸਕੇਗਾ। ਪਰ ਰਸਤੇ ਦੇ ਵਿੱਚ ਪਹਿਲਾਂ ਵਾਂਗ ਨਹੀਂ ਹੋਏਗਾ, ਉਹਨਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ। 18 ਅਕਤੂਬਰ ਤੋਂ ਸ਼ਰਧਾਲੂਆਂ ਦੀ ਗਿਣਤੀ ਵਧਾ ਕੇ ਰੋਜ਼ਾਨਾ ਹੁਣ ਪਹਿਲਾਂ 6000 ਹੈ ਤੇ ਫਿਰ ਇਹ 15000 ਕਰ ਦਿੱਤੇ ਜਾਣ ਦੀ ਸੰਭਾਵਨਾ ਹੈ, ਜਿਸ ਵਿੱਚ ਵੱਧ ਤੋਂ ਵੱਧ 40,000 ਲੋਕਾਂ ਨੂੰ ਮਸਜਿਦ ਵਿੱਚ ਨਮਾਜ਼ ਅਦਾ ਕਰਨ ਦੀ ਆਗਿਆ ਦਿੱਤੀ ਜਾਏਗੀ। ਸਮਰੱਥਾ 20,000 ਸ਼ਰਧਾਲੂਆਂ ਦੀ ਹੈ, ਪਰ 1 ਨਵੰਬਰ ਤੋਂ ਵਿਦੇਸ਼ੀ ਸੈਲਾਨੀਆਂ ਨੂੰ ਵੀ ਉਮਰਾ ਦੀ ਆਗਿਆ ਦਿੱਤੀ ਜਾਏਗੀ। ਉਸ ਤੋਂ ਬਾਅਦ ਦੱਸਿਆ ਗਿਆ ਕਿ 60,000 ਲੋਕਾਂ ਨੂੰ ਮਸਜਿਦ ਵਿੱਚ ਨਮਾਜ਼ ਅਦਾ ਕਰਨ ਦੇ ਵਾਸਤੇ ਆਗਿਆ ਦਿੱਤੀ ਜਾਏਗੀ। ਅਸਲ ਦੇ ਵਿੱਚ ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ ਬੀਤੇ ਮਹੀਨੇ ਆਖਿਆ ਸੀ ਕਿ ਉਮਰਾ ਮੁੜੂ ਸ਼ੁਰੂ ਕਰਨ ਦਾ ਫੈਸਲਾ ਸਾਊਦੀ ਅਰਬ ਅਤੇ ਵਿਦੇਸ਼ਾਂ ਦੇ ਵਿੱਚ ਵਸੇ ਮੁਸਲਿਮ ਭਾਈਚਾਰੇ ਦੀ ਬਹੁਤ ਵੱਡੀ ਮੰਗ ਨੂੰ ਮੁੱਖ ਰੱਖਦਿਆਂ ਪਵਿੱਤਰ ਸਥਾਨ ਦੀ ਯਾਤਰਾ ਕਰਨ ਦੀ ਆਗਿਆ ਦੇ ਤਹਿਤ ਲਿਆ ਜਾ ਰਿਹਾ ਹੈ। ਮੰਤਰਾਲੇ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਕੋਵਿਡ-19 ਮਹਾਮਾਰੀ ਦਾ ਖਤਰਾ ਘੱਟ ਹੋਣ ਦੇ ਕਾਰਨ ਪੂਰੀ ਸਮਰੱਥਾ ਦੇ ਨਾਲ ਵੀ ਉਮਰਾ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਪਰ ਸਾਊਦੀ ਅਰਬ ਸਰਕਾਰ ਨੇ ਉਮਰਾ ਕਰਨ ਦੇ ਚਾਹਵਾਨ ਲੋਕਾਂ ਵਾਸਤੇ ਆਹ 2 ਗੱਲਾਂ ਦਾ ਉਚੇਚੇ ਤੌਰ ਤੇ ਖਿਆਲ ਰੱਖਣ ਦੀ ਗੱਲ ਆਖੀ ਹੈ। ਉਹਨਾਂ ਨੇ ਆਖਿਆ ਕਿ 2 ਮੋਬਾਈਲ ਐਪਸ ਨੇ ਜਿਨ੍ਹਾਂ ਦੇ ਮਾਧਿਅਮ ਨਾਲ ਅਰਜ਼ੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਜਾਣਗੇ। ਪਹਿਲਾ, ਜਿਸ ਨਾਲ ਉਹ ਇਹ ਸਿੱਧ ਕਰ ਸਕਣ ਕਿ ਉਹ ਰਜਿਸਟਰ ਕਰਨ ਲਈ ਕਰੋਨਾ ਵਾਇਰਸ ਬਿਮਾਰੀ ਤੋਂ ਮੁਕਤ ਨੇ, ਭਾਵ ਉਹਨਾਂ ਨੂੰ ਕੋਵਿਡ ਦੀ ਬਿਮਾਰੀ ਨਹੀਂ ਹੈ। ਦੂਸਰਾ, ਜਿਸ ਨਾਲ ਉਹ ਪਰਮਿਟ ਪ੍ਰਾਪਤ ਕਰ ਸਕਣਗੇ। ਹੁਣ ਇਹ 2 ਐਪਸ ਮੁਸਲਮਾਨ ਭਾਈਚਾਰੇ ਦੇ ਲੋਕ ਜਿਹੜੇ ਉਮਰਾ ਕਰਨਾ ਚਾਹੁੰਦੇ ਆ, ਉਹਨਾਂ ਨੂੰ ਇਸ ਐਪਸ ਦੇ ਉੱਤੇ, ਇਹਨਾਂ ਐਪਲੀਕੇਸ਼ਨ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਪਹਿਲਾਂ ਰਜਿਸਟਰਡ ਕਰਨਾ ਪਏਗਾ। ਮੁਸਲਿਮ ਭਾਈਚਾਰੇ ਦੇ ਵਾਸਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਤੇ ਅਹਿਮ ਖਬਰ ਹੈ। ਅਗਲੀ ਗੱਲ ਜਦੋਂ ਆਪਾਂ ਕਰਦੇ ਹਾਂ ਕਿ ਕੋਵਿਡ-19 ਨੇ ਬਹੁਤ ਸਾਰੇ ਖੂਨ ਦੇ ਰਿਸ਼ਤੇ ਇੱਕ ਦੂਸਰੇ ਤੋਂ ਦੂਰ ਕੀਤੇ ਹੈ, ਕਿਉਂਕਿ ਬੀਤੇ ਸਮੇਂ ਵਿੱਚ ਵੇਖਿਆ ਕਿ ਜੇਕਰ ਕਿਸੇ ਨੂੰ ਕੋਵਿਡ ਹੋ ਗਿਆ, ਲੋਕੀ ਖਬਰ ਲੈਣ ਨਹੀਂ ਗਏ। ਜੇਕਰ ਪਰਿਵਾਰ ਦੇ ਮੈਂਬਰ ਦੀ ਕਿਸੇ ਦੀ ਮੌਤ ਹੋ ਗਈ, ਲੋਕੀ ਲਾਸ਼ ਲੈਣ ਨਹੀਂ ਗਏ। ਉਹਨਾਂ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕੀਤੀਆਂ ਸੀ, ਪਰ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੋਇਆ ਕਰਦੀਆਂ। ਖੂਨ ਦੇ ਰਿਸ਼ਤਿਆਂ ਦੀ ਖਿੱਚ ਕਿਵੇਂ ਹੈ? ਇਹ ਖਬਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ। ਇਨਸਾਨੀਅਤ ਦੇ ਵਿੱਚ ਹਾਲੇ ਸਭ ਕੁਝ ਮਰਿਆ ਨਹੀਂ, ਜਿੰਦਾ ਹੈ। ਕੋਵਿਡ ਦੇ ਵੱਧਦੇ ਮਾਮਲਿਆਂ ਨੂੰ ਦੇਖਣਾ ਤੁਹਾਨੂੰ ਪਤਾ ਹੈ
कि दुनिया भर दे विच सख्त पाबंदियां, बहुत सारे मुल्कां दे विच लॉकडाउन, बहुत सारे मुल्कां ने बाहरले मुल्कां दे लोकां दे आउण ते पाबंदियां लागू कर दित्तियां सन। इसे दौरान हवाई यात्रा, रेल यात्रा जां फिर सड़की आवाजाही ते भी रोक लगा दी गई सी। लगभग ये सारी स्थिति यूरोप दे विच भी सी। लॉकडाउन के कारण हज़ारां लोग एक दूसरे मुल्कां दे विच भी फस गए सन ते अपने घर वापस परतना चाहुंदे सन, पर परेशानियों का सामना करना पिया। अजिहे ही दिनां दे विच लॉकडाउन दौरान एक 10 वरियां दा बच्चा, जिसनूं बाल आख सकते हैं, ते नाम ਉਹਦਾ रोमियो कॉक्स। रोमियो कॉक्स की उम्र सिर्फ 10 वरे अपने 46 वरियां के पिता फिल दे नाल अपनी दादी नूं मिलण वास्ते निकल पए। यह है खून के रिश्ते की खिच। हुण रोमियो ने अपने पिता दे नाल 3 महीनों तो वध समा पैदल यात्रा की। 93 दिन तुरते रहे बाप ते पुत। 93 दिनों के विच इस बाप पुत ने 2800 किलोमीटर की पैदल यात्रा तय की। ते इसे दौरान रोमियो ने इटली तो बरतानिया तक का सफ़र तय किया। हुण इस बच्चे की जिहड़ी कहानी है लगभग बहुत सारिया थावां ते सोशल मीडिया ते भी तुहानूं शायद लभ जावे, वायरल हो चुकी है अते लोग इस कहानी नूं बहुत ज़्यादा पसंद भी कर रहे हैं। रोमियो ने अपने पिता दे नाल 20 जून नूं अपने सफ़र की शुरुआत की सी। रोमियो ने अपने पिता दे नाल इटली दे सिसली दे पलेरमो तो लंडन तक का सफ़र तय किया। दोवें बाप पुत अपनी यात्रा दौरान इटली, स्विट्जरलैंड, फ्रांस इन्हां मुल्कां दे विच्चों होंदे होंदे आखिरकार इंग्लैंड पहुंचण दे विच सफल हो गए। रोमियो अते उसके बाप ने अपनी यात्रा दौरान जंगली कुत्तियां का सामना भी किया। रस्ते दे विच जंगली गधे भी उन्होंने मिले ने ते 3 महीने पैदल चलण तो बाद आखिरकार 21 सितंबर नूं वो बरतानिया पहुंचे। पर जदों लंडन विच पहुंचे दोवें बाप पुत, तुहानूं पता कि जिहड़ा व्यक्ति किसी बाहरले मुल्क तो यात्रा करके आवे उन्हां नूं आइसोलेट भी किया जाता है, एकांतवास भी किया जाता है। तो फिर इन्हां नूं एकांतवास विच रखा गया अते एकांतवास की म्याद पूरी होने तो बाद रोमियो अपने पिता दे नाल अपनी दादी नाल मुलाकात कर सकिया। रोमियो के पिता ने अपनी यात्रा दौरान रिफ्यूजी एजुकेशन अक्रॉस कॉन्फ्लिक्ट्स के वास्ते 11.4 लाख रुपए भी इकट्ठे किए हैं, लगभग 12,000 पाउंड, ताकि लोगों की मदद भी की जा सके। ये अपने आप दे विच इस तरह की एक कहानी है जो सच्ची है, जो खबर है उन्हां लोकां नूं एक जवाबदेह बनाउंदी है जिन्हां ने थोड़ी दूरी भी तय ना की। कोविड-19 का पता लगन तो बाद खबर लैण तो भी घबराउण लगे। पर इस रोमियो के पिता ने दस्सिया कि जदों कोविड-19 का प्रकोप लगातार वधण लग्या इटली विच भी ते बरतानिया विच भी, वो कहना मैनूं रोज़ाना मेरा बच्चा कहता सी कि डैडी आपां दादी कोल जाना है, आपां दादी नूं मिलना, आपां कोविड-19 के दिनों के दौरान दुनिया वांग अपनी मां नूं नहीं छड्ड सकदे। हुण दूसरे पासे वो लोग ने जिन्हां ने आखिरी दर्शन भी नहीं कीते ते लाश लैण भी नहीं गए। सो दुनिया दे विच हाले भी इंसानियत जिंदा है। अगली जिहड़ी खबर है ये भी एक दिलचस्प खबर है, पॉजिटिव खबर है। 99 वरियां दा मैं इसनूं नौजवान आख सकदा। आम तौर पर आपां वेखदे हां कि 50-60 का बंदा हो जाए, 65-70 का हो जाए, वो काम कार करने छड्ड दिंदा कि यार उम्र बथेरी हो गई। पर 99 वरियां दा पीज़ा डिलीवरी करने वाला व्यक्ति, इसकी कहानी एक रोचक कहानी बन गई है। ईमानदारी की, जिंदादिली की, मेहनत की एक बहुत विलक्षण जी ये मैनूं उदाहरण लगती है। इत्थों ये भी सिद्ध होंदा कि मेहनत करे मनुख जे छूहे जा आसमान, मेहनत इंसान की किस्मत बदल सकती है। ये गल ये 99 वरियां दे पीज़ा डिलीवरी बॉय के उत्ते, जिसका नाम है डेरलिन नीवी, डेरलिन के उत्ते मैनूं लगदा सच टुकदी है। डेरलिन नूं असल दे विच इत्थों आपां वेखिआ है कि शायद भारत विच भी हुण तां काफ़ी प्रचलित हो चुके हैं कि जेकर तुसीं कोई किसी नूं सर्विस देने तो लोग टिप दिंदे है। हुण टिप दे विच डेरलिन नूं $12,000 मिले आ, अमरीकन डॉलर। डेरलिन अमरीका के ओटा विच रहिंदा है अते पापा जोन्स पीजे ते पीज़ा डिलीवरी का काम करन लग पिया। हफ्ते दे विच लगभग 30 घंटे पूरी मेहनत दे नाल ये 99 वरियां दा व्यक्ति पीज़ा डिलीवर करता। डेरलिन कुछ हफ्ते पहला ग्लैडी वालडेज के एक घर दे विच पाइनएप्पल पीज़ा डिलीवर करन गया। ग्लैडी ने जो दरवाज़ा खोलिया उदों डेरलिन की गलबात शुरू में हाय हैलो तो ही होंदी है, इत्थों शुरुआत हुई, जिस नाल ग्लैडी वालडेज बड़ी प्रभावित हुई। 32 साला ग्लैडी वालडेज ने
ਡੇਰਲਿਨ ਦੀ ਤਾਰੀਫ ਕਰਦਿਆਂ ਕਿਹਾ ਕਿ ਬੜਾ ਮਲਾਪੜਾ ਵਿਅਕਤੀ ਹੈ, ਬੜਾ ਪਿਆਰਾ ਵਿਅਕਤੀ ਹੈ, ਬੜੀ ਚੰਗੀ ਨੇਕ ਨੀਤ ਵਾਲਾ ਵਿਅਕਤੀ ਹੈ। ਇਹ ਗੱਲ ਗਲੈਡੀ ਨੇ ਫਿਰ ਆਪਣੇ ਪਤੀ ਕਾਰਲੋਸ ਨੂੰ ਦੱਸੀ। ਉਸ ਨੂੰ ਇਹ ਜਿਹੜਾ ਪੀਜ਼ਾ ਡਿਲੀਵਰੀ ਬੁਆਏ ਸੀ ਬੜਾ ਚੰਗਾ ਲੱਗਿਆ ਤੇ ਉਹਦੀਆਂ ਸਿਫਤਾਂ ਉਹਨੇ ਆਪਣੇ ਪਤੀ ਕੋਲ ਕੀਤੀਆਂ। ਕਾਰਲੋਸ ਨੂੰ ਡੇਰਲਿਨ ਦਾ ਸੁਭਾਅ, ਇਮਾਨਦਾਰੀ ਤੇ ਇਸ 99 ਵਰਿਆਂ ਦੀ ਉਮਰ ਦੇ ਵਿੱਚ ਪੀਜ਼ਾ ਡਿਲੀਵਰੀ ਕਰਨ ਦਾ ਸੰਕਲਪ ਬੜਾ ਵਧੀਆ ਲੱਗਿਆ। ਫਿਰ ਇਸੇ ਕਾਰਨ ਉਸਨੇ ਉਹਨਾਂ ਦੇ ਦਰਵਾਜ਼ੇ ਦੀ ਘੰਟੀ ਦੇ ਨੇੜੇ ਇੱਕ ਕੈਮਰਾ ਜਿਹੜਾ ਲੱਗਿਆ ਸੀ ਨਾ ਬਾਹਰ, CCTV ਕੈਮਰਾ, ਉਹ ਫੁਟੇਜ ਆਪਣੀ ਟਿਕਟੌਕ ਤੇ ਪੋਸਟ ਕਰ ਦਿੱਤੀ। ਹੁਣ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਜਦੋਂ ਇੰਜ ਹੋਵੇ ਜਿਨ੍ਹਾਂ ਨੂੰ ਲੋਕਾਂ ਨੂੰ ਚੰਗੀ ਲੱਗੇ ਤੇ ਫਿਰ ਤੁਹਾਨੂੰ ਪਤਾ ਕਿ ਜੰਗਲ ਦੀ ਅੱਗ ਵਾਂਗ ਫੈਲਦੀ ਹੈ। ਹੁਣ ਜਦੋਂ ਟਿਕਟੌਕ ਤੇ ਉਸਨੇ ਆਪਣੇ ਕੈਮਰੇ ਦੀ ਵੀਡੀਓ ਸ਼ੇਅਰ ਕਰ ਦਿੱਤੀ ਤੇ ਫਿਰ ਉਹਦੇ ਫਾਲੋਅਰਸ ਨੇ ਨਾ ਡੇਰਲਿਨ ਨੂੰ ਇੰਨਾ ਕੁ ਪਸੰਦ ਕੀਤਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਤਾਂ ਮੈਸੇਜ ਗਏ। ਤੇ ਇਹ ਦੇਖਦੇ ਹੋਏ ਵਾਲਡੇਜ਼ ਪਰਿਵਾਰ ਨੇ ਕਈ ਪੀਜ਼ਾ ਆਰਡਰ ਕੀਤੇ ਤੇ ਡਿਲੀਵਰੀ ਲਿਆਉਣ ਵਾਸਤੇ ਉਚੇਚੇ ਤੌਰ ਤੇ ਪੀਜ਼ੇ ਵਾਲਿਆਂ ਨੂੰ ਕਹਿੰਦੇ ਕਿ ਡਿਲੀਵਰੀ ਬੁਆਏ ਡੇਰਲਿਨ ਨੂੰ ਸਾਡੇ ਘਰ ਭੇਜਣਾ। ਉਹ ਜਦੋਂ ਆਉਂਦੇ ਉਦੋਂ ਵਾਲਡੇਜ਼ ਪਰਿਵਾਰ ਡੇਰਲਿਨ ਦਾ ਇੱਕ ਵੀਡੀਓ ਪੋਸਟ ਕਰ ਦਿੰਦਾ। ਆਖਰਕਾਰ ਇੱਕ ਵੀਡੀਓ ਨੂੰ ਹੁਣ ਅੰਦਾਜ਼ਾ ਲਾਓ ਕਿ ਕਿੰਨੇ ਕੁ ਵਾਰ ਦੇਖਿਆ ਗਿਆ ਹੋਣਾ। 2.5 ਬਿਲੀਅਨ ਟਾਈਮ ਦੇਖਿਆ ਗਿਆ, ਮਿਲੀਅਨ ਨਹੀਂ, 2.5 ਬਿਲੀਅਨ ਵਾਰ ਦੇਖਿਆ ਗਿਆ। ਅਤੇ ਡਿਲੀਵਰੀ ਬੁਆਏ ਲਈ ਕੀਤੀ ਫੰਡਿੰਗ। ਕਾਰਲੋਸ ਵਾਲਡੇਜ਼ ਡਿਲੀਵਰੀ ਬੁਆਏ ਡੇਰਲਿਨ ਦੇ ਲਈ ਕੁਝ ਚੰਗਾ ਕਰਨ ਦੇ ਵਾਸਤੇ ਉਹਨਾਂ ਨੇ ਇੱਕ ਫੰਡ ਰੇਜ਼ ਕਰ ਲਿਆ। ਇਸ ਲਈ ਉਹਨਾਂ ਨੇ ਆਪਣੇ ਟਿਕਟੌਕ ਪੇਜ ਤੇ ਕਰਾਊਡ ਫੰਡ ਦਾ ਫੈਸਲਾ ਕਰ ਲਿਆ ਤੇ ਸਿਰਫ 24 ਘੰਟਿਆਂ ਦੇ ਅੰਦਰ ਉਹਨਾਂ ਨੂੰ $1000 ਤੋਂ ਵੱਧ ਰਕਮ ਇਕੱਠੀ ਹੋ ਗਈ। ਅਤੇ ਬਾਅਦ ਦੇ ਵਿੱਚ ਜਦੋਂ ਉਸਨੇ ਵੇਖਿਆ ਕਿ ਕਿੰਨੇ ਦਿਨਾਂ ਦੇ ਵਿੱਚ $12000 ਇਕੱਠੇ ਹੋ ਗਏ ਇਸ ਪੀਜ਼ਾ ਡਿਲੀਵਰੀ ਬੁਆਏ ਦੇ ਵਾਸਤੇ, ਤੇ ਫਿਰ ਡੇਰਲਿਨ ਨੇ ਸੋਚਿਆ ਵੀ ਨਹੀਂ ਹੋਣਾ। ਇਸ ਤੋਂ ਬਾਅਦ ਵਾਲਟੇਜ਼ ਨੇ ਡੇਰਲਿਨ ਨੂੰ ਉਹਨਾਂ ਦੇ ਘਰ ਜਾ ਕੇ ਇੱਕ ਪੀਜ਼ਾ ਬਾਕਸ, ਜਿਸ ਤਰ੍ਹਾਂ ਦਾ ਪੀਜ਼ੇ ਦੇ ਵਿੱਚ ਉਹ ਡਿਲੀਵਰੀ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ, ਉਸੇ ਤਰ੍ਹਾਂ ਦਾ ਪੀਜ਼ੇ ਵਾਲਾ ਬਾਕਸ ਲਿਆ ਤੇ ਉਹਦੇ ਵਿੱਚ $12000 ਰੱਖੇ। ਤੇ ਜਦੋਂ ਡੱਬਾ ਖੋਲ੍ਹਿਆ ਨਾ, ਡੇਰਲਿਨ ਦੀਆਂ ਅੱਖਾਂ ਦੇ ਵਿੱਚ ਅੱਥਰੂ ਵਹਿ ਤੁਰੇ। ਹੁਣ ਡੇਰਲਿਨ ਇਹ ਵਿਅਕਤੀ ਕਹਿੰਦਾ ਮੈਂ ਹੁਣ ਇਹਨੂੰ ਵੀ ਅੱਗੇ ਹੋਰ ਦਾਨ ਦੇਣਾ ਚਾਹੁੰਦਾ ਤੇ ਉਹਨਾਂ ਨੇ ਇੱਕ ਨਵਾਂ ਵੈਂਗੋ ਅਕਾਊਂਟ ਸਥਾਪਿਤ ਕੀਤਾ ਜਿੱਥੇ ਉਹ ਮਿਡਲਮੈਨ ਦੇ ਰੂਪ ਵਿੱਚ ਨਹੀਂ, ਸਗੋਂ ਲੋਕਾਂ ਵੱਲੋਂ ਦਿੱਤਾ ਦਾਨ ਸਿੱਧਾ ਹੁਣ ਜਿਹੜਾ ਡੇਰਲਿਨ ਨੂੰ ਜਾਏਗਾ। ਇਹ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਘਟਨਾ ਵਾਪਰੀ ਆ। ਅਸਲ ਦੇ ਵਿੱਚ ਉਸ ਵਿਅਕਤੀ ਦੀ ਮਿਹਨਤ, ਸ਼ਿੱਦਤ, 99 ਵਰਿਆਂ ਦੀ ਉਮਰ ਦੇ ਵਿੱਚ ਪੀਜ਼ਾ ਡਿਲੀਵਰੀ ਕਰਨਾ, ਇਹ ਉਸ ਪਰਿਵਾਰ ਨੂੰ ਗੱਲ ਚੰਗੀ ਲੱਗੀ ਤੇ ਆਖਰਕਾਰ ਲੋਕਾਂ ਨੂੰ ਬਾਹਲੀ ਚੰਗੀ ਲੱਗੀ। ਪਰ ਜਦੋਂ ਉਹਨਾਂ ਦੇ ਘਰ ਦੇ ਵਿੱਚੋਂ ਪੈਸੇ, ਉਹ ਡਾਲਰ, ਉਹ ਪੀਜ਼ੇ ਵਾਲੇ ਬਾਕਸ ਦੇ ਵਿੱਚ ਗਏ ਆ, ਉਹ ਪਲ ਇਤਿਹਾਸਕ ਪਲ ਆਖੇ ਜਾ ਸਕਦੇ ਆ। ਤੇ ਅਗਲੀ ਜਿਹੜੀ ਖਬਰ ਹੈ ਬੜੀ ਮਹੱਤਵਪੂਰਨ ਖਬਰ ਹੈ ਵੀ, ਕੋਵਿਡ-19 ਦਾ ਪ੍ਰਕੋਪ ਲਗਭਗ ਦੁਨੀਆ ਵਿੱਚ ਹੈ ਤੇ ਹੁਣ ਕੋਵਿਡ-19 ਦਾ ਦਵਾਈ ਜਾਂ ਟੀਕਾ ਕਦੋਂ ਮਿਲੇਗਾ? ਭਾਰਤ ਦੇ ਲੋਕਾਂ ਨੂੰ ਟੀਕਾ ਕਦੋਂ ਮਿਲੇਗਾ? ਇਹ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਤੇ ਸਵਾਲ ਹਜੇ ਹਵਾ ਵਿੱਚ ਲਟਕ ਰਿਹਾ ਸੀ। ਹੁਣ ਭਾਰਤ ਵਿੱਚ ਕਰੋਨਾ ਵਾਇਰਸ ਜਾਂ ਕੋਵਿਡ-19 ਦੇ ਟੀਕਾਕਰਨ ਦੀਆਂ ਤਿਆਰੀਆਂ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਂ ਲੋਕ ਲਾ ਰਹੇ ਸੀ। ਕੋਈ ਕਹਿੰਦਾ ਸੀ ਕਿ ਇਸ ਸਾਲ ਦੇ ਅਖੀਰ ਵਿੱਚ ਆ ਜਾਏਗਾ, ਕੋਈ ਕਹਿੰਦਾ ਸੀ ਕਿ 2021 ਦੇ ਅਖੀਰ ਵਿੱਚ ਆਏਗਾ, ਤੇ ਕੋਈ ਕੁਝ ਆਖ ਰਿਹਾ ਤੇ ਕੋਈ ਕੁਝ ਆਖ ਰਿਹਾ। ਪਰ ਇਸੇ ਹੀ ਦਰਮਿਆਨ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਅਕਤੂਬਰ ਦੇ ਅਖੀਰ ਤੱਕ ਪੂਰਾ ਖਾਕਾ ਸਰਕਾਰ ਤਿਆਰ ਕਰ ਲਏਗੀ। ਟੀਕਾ ਨਾ ਸਮਝਿਓ, ਖਾਕਾ ਤਿਆਰ ਕਰ ਲਏਗੀ ਤੇ ਇਹਦੇ ਵਿੱਚ ਸਾਰੇ ਸੂਬੇ, ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ ਉਹਨਾਂ ਦੀ ਆਬਾਦੀ ਦੇ ਲਿਹਾਜ਼ ਨਾਲ ਇੱਕ ਸੂਚੀ ਪੇਸ਼ ਕਰਨਗੇ ਜਿਨ੍ਹਾਂ ਨੂੰ ਪਹਿਲਾਂ ਕੋਵਿਡ-19 ਵੈਕਸੀਨ ਦਿੱਤੀ ਜਾਏਗੀ। ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਜੁਲਾਈ 2021 ਤੱਕ ਲਗਭਗ 20 ਤੋਂ 25 ਕਰੋੜ ਲੋਕਾਂ ਨੂੰ ਭਾਰਤ ਵਿੱਚ ਕੋਵਿਡ-19 ਦੀ ਵੈਕਸੀਨ ਮਿਲ ਜਾਏਗੀ। ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਵੈਕਸੀਨ ਤਿਆਰ ਹੋ ਗਈ ਹੈ ਜਾਂ ਨਹੀਂ। ਉਹ ਕਹਿੰਦੇ ਨੀਤੀ ਕਮਿਸ਼ਨ ਦੇ ਮੈਂਬਰ ਡਾਕਟਰ VK ਪੌਲ ਦੀ ਪ੍ਰਧਾਨਗੀ ਦੇ ਵਿੱਚ ਇੱਕ ਉੱਚ ਪੱਧਰੀ ਕਮੇਟੀ ਕੋਵਿਡ-19 ਵੈਕਸੀਨ ਨਾਲ ਸੰਬੰਧਿਤ ਹਰ ਪਹਿਲੂ ਦੇ ਉੱਤੇ ਇਸ ਵਕਤ ਵਿਚਾਰਾਂ ਕਰ ਰਹੀ ਹੈ ਤੇ ਖਾਕਾ ਤਿਆਰ ਕਰ ਰਹੀ ਹੈ। ਅਸਲ ਦੇ ਵਿੱਚ ਇੱਕ ਪ੍ਰੋਗਰਾਮ ਸੀ, ਪ੍ਰੋਗਰਾਮ ਦਾ ਨਾਮ ਸੀ ਸੰਡੇ ਸੰਵਾਦ। ਉਹਦੇ ਵਿੱਚ ਕੁਝ ਖਾਸ ਤੌਰ ਤੇ ਡਾਕਟਰ ਹਰਸ਼ਵਰਧਨ, ਭਾਰਤ ਦੇ ਕੇਂਦਰੀ ਸਿਹਤ ਮੰਤਰੀ ਨੇ ਗੱਲਾਂ ਬਾਤਾਂ ਕੀਤੀਆਂ ਨੇ। ਉਹਨਾਂ ਕਿਹਾ ਕਿ ਸਰਕਾਰ ਜੰਗੀ ਪੱਧਰ ਤੇ ਇਸ ਪਾਸੇ ਕੰਮ ਕਰ ਰਹੀ ਹੈ। ਜਦੋਂ ਕੋਵਿਡ-19 ਦੀ ਵੈਕਸੀਨ ਤਿਆਰ ਹੋ ਗਈ ਤਾਂ ਲੋਕਾਂ ਦਰਮਿਆਨ ਇਸ ਨੂੰ ਵੰਡਣਾ ਯਕੀਨੀ ਹੋਵੇਗਾ।
ਉਹਨਾਂ ਇਹ ਵੀ ਕਿਹਾ ਕਿ ਦੁਨੀਆ ਦੇ ਹੋਰਨਾਂ ਮੁਲਕਾਂ ਵਾਂਗ ਭਾਰਤ ਸਰਕਾਰ ਵੀ ਇਸ ਗੱਲ ਤੇ ਧਿਆਨ ਰੱਖ ਰਹੀ ਹੈ ਕਿ ਕਿਸ ਤਰ੍ਹਾਂ ਕੋਵਿਡ-19 ਦੀ ਵੈਕਸੀਨ ਹਰ ਇੱਕ ਵਿਅਕਤੀ ਨੂੰ ਮੁਹੱਈਆ ਕਰਵਾਈ ਜਾ ਸਕੇ। ਡਾਕਟਰ ਹਰਸ਼ਵਰਧਨ ਨੇ ਇਹ ਵੀ ਕਿਹਾ ਕਿ ਸਿਹਤ ਮੰਤਰਾਲਾ ਸੂਬਿਆਂ ਦੇ ਨਾਲ ਮਿਲ ਕੇ ਇੱਕ ਖਾਕਾ ਤਿਆਰ ਕਰ ਰਿਹਾ ਹੈ ਤਾਂ ਕਿ ਕਿਹੜੇ ਵਿਅਕਤੀ ਨੂੰ ਪਹਿਲਾਂ ਤੇ ਕਿਹੜੇ ਵਿਅਕਤੀ ਨੂੰ ਬਾਅਦ ਦੇ ਵਿੱਚ ਇਹ ਵੈਕਸੀਨ ਦਿੱਤੀ ਜਾ ਸਕਦੀ ਹੈ। ਡਾਕਟਰ ਹਰਸ਼ਵਰਧਨ ਨੇ ਇਹ ਵੀ ਕਿਹਾ ਕਿ ਅਸੀਂ ਕੋਵਿਡ-19 ਵੈਕਸੀਨ ਦੀ ਕਾਲਾਬਾਜ਼ਾਰੀ ਨਹੀਂ ਹੋਣ ਦਿਆਂਗੇ, ਪਰ ਹੁਣ ਕੋਵਿਡ-19 ਦੀ ਵੈਕਸੀਨ ਕੀ ਸਿਹਤ ਕਾਮਿਆਂ ਨੂੰ ਪਹਿਲਾਂ ਮਿਲੂ, ਕੀ ਅਡਲਟਸ ਨੂੰ ਪਹਿਲਾਂ ਮਿਲੂ, ਕੀ ਬਜ਼ੁਰਗਾਂ ਨੂੰ ਪਹਿਲਾਂ ਮਿਲੂ। ਉਹ ਕਹਿੰਦੇ ਇਹਦੇ ਉੱਤੇ ਅਸੀਂ ਧਿਆਨ ਦੇ ਰਹੇ ਹਾਂ ਕਿ ਜਿਹੜੇ ਵਿਅਕਤੀ ਹੋਰ ਬਿਮਾਰੀਆਂ ਦੇ ਨਾਲ ਪੀੜਤ ਨੇ ਕੀ ਪਹਿਲਾਂ ਉਹਨਾਂ ਨੂੰ ਦਵਾਈ ਮਿਲੇ ਜਾਂ ਉਹਨਾਂ ਨੂੰ ਬਾਅਦ ਵਿੱਚ ਮਿਲੇ। ਜਿਸ ਤਰ੍ਹਾਂ ਦੀ ਸਿਹਤ ਮਾਹਰ ਸਲਾਹ ਦੇਣਗੇ ਉਸੇ ਤਰੀਕੇ ਨਾਲ ਲੋਕਾਂ ਨੂੰ ਦਵਾਈ ਦਿੱਤੀ ਜਾਏਗੀ। ਪਰ ਉਹਨਾਂ ਨੇ ਇੱਕ ਗੱਲ ਜ਼ੋਰ ਦੇ ਕੇ ਕਹੀ ਕਿ ਬਿਨਾਂ ਡਾਕਟਰੀ ਸਲਾਹ ਦੇ ਕਦੇ ਕੋਈ ਵਿਟਾਮਿਨ ਨਾ ਲਵੋ। ਸੋ ਕਰੋਨਾ ਤੋਂ ਬਚਾਅ ਦੇ ਵਾਸਤੇ ਆਮ ਤੌਰ ਤੇ ਦੇਖਿਆ ਬਹੁਤ ਸਾਰੇ ਲੋਕਾਂ ਨੇ ਵਿਟਾਮਿਨ ਸੀ ਖਾਈ ਚੱਲੋ। ਉਹ ਕਹਿੰਦੇ ਜਿੰਨੀ ਦੇਰ ਤੱਕ ਕੋਈ ਤੁਹਾਨੂੰ ਡਾਕਟਰ ਸਲਾਹ ਨਹੀਂ ਦੇ ਰਿਹਾ ਕਿ ਤੁਹਾਡੀ ਵਿਟਾਮਿਨ ਸੀ ਲੈ ਲੈਣਾ, ਇਮਿਊਨਿਟੀ ਸਿਸਟਮ ਤੁਹਾਡਾ ਮਜ਼ਬੂਤ ਹੋ ਜਾਏਗਾ, ਰੋਗਾਂ ਨਾਲ ਲੜਨ ਦੀ ਤੁਹਾਡੀ ਸ਼ਕਤੀ ਵੱਧ ਜਾਏਗੀ। ਉਹ ਕਹਿੰਦੇ ਇਸ ਤਰ੍ਹਾਂ ਬਿਨਾਂ ਕਿਸੇ ਮਾਹਰ ਦੀ ਸਲਾਹ ਦੇ ਨਾ ਕਰੋ। ਆਪਣੇ ਜਿਹੜਾ ਭੋਜਨ ਹੈ ਕੁਦਰਤੀ ਆਹਾਰ ਦੇ ਜ਼ਰੀਏ ਆਪਣੇ ਸਰੀਰ ਵਿੱਚ ਪੌਸ਼ਟਿਕ ਤੱਤ ਵਧਾਓ ਤਾਂ ਕਿ ਤੁਹਾਨੂੰ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਤੁਹਾਡੇ ਸਰੀਰ ਵਿੱਚ ਪੈਦਾ ਹੋ ਜਾਏ। ਤੇ ਇੱਕ ਗੱਲ ਉਹਨਾਂ ਨੇ ਹੋਰ ਇਹ ਆਪਣੇ ਇਸ ਸੰਡੇ ਸੰਵਾਦ ਦੇ ਵਿੱਚ ਕਹੀ। ਉਹ ਕਹਿੰਦੇ ਪਲਾਜ਼ਮਾ ਦਾਨ ਕਰਨ ਵਾਸਤੇ, ਡੋਨੇਟ ਕਰਨ ਵਾਸਤੇ ਬਹੁਤ ਸਾਰੇ ਲੋਕ ਸੋਚ ਰਹੇ ਨੇ ਤੇ ਕਈਆਂ ਦੇ ਇਹ ਖਾਨੇ ਗੱਲ ਪੈ ਨਹੀਂ ਰਹੀ। ਫਿਰ ਉਹਨਾਂ ਨੂੰ ਪੁੱਛਿਆ ਕਿ ਕਹਿੰਦੇ ਪਲਾਜ਼ਮਾ ਦਾਨ ਕਰਨ ਵਾਲਿਆਂ ਦੀ ਕਮੀ ਜ਼ਰੂਰ ਹੈ ਭਾਰਤ ਵਿੱਚ। ਉਹ ਕਹਿੰਦੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ICMR ਨੇ ਕੁਝ ਚੁਣੀਆਂ ਸੰਸਥਾਵਾਂ ਨੂੰ ਪਲਾਜ਼ਮਾ ਥੈਰੇਪੀ ਦੇ ਟ੍ਰਾਇਲ ਦੀ ਆਗਿਆ ਦਿੱਤੀ ਹੈ। ਉਹਨਾਂ ਮੰਨਿਆ ਕਿ ਭਾਰਤ ਦੇ ਵਿੱਚ ਕਰੋਨਾ ਦੇ ਜਿਹੜੇ ਮਰੀਜ਼ ਨੇ ਉਹਨਾਂ ਲਈ ਪਲਾਜ਼ਮਾ ਡੋਨਰ ਨੂੰ ਲੱਭਣਾ ਮੁਸ਼ਕਲ ਕੰਮ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਉਹ ਭਾਵੇਂ ਠੀਕ ਹੋ ਚੁੱਕੇ ਨੇ ਪਰ ਉਹ ਪਲਾਜ਼ਮਾ ਡੋਨੇਟ ਕਰਨ ਦੇ ਵਾਸਤੇ ਡਰੇ ਹੋਏ ਨੇ, ਉਹ ਅੱਗੇ ਨਹੀਂ ਆ ਰਹੇ। ਜਿਸ ਕਰਕੇ ਉਹਨਾਂ ਆਖਿਆ ਕਿ ਆਪਣੇ ਮਨ ਦੇ ਵਿੱਚੋਂ ਇਹ ਡਰ ਦੂਰ ਕਰਨ ਦੀ ਜ਼ਰੂਰਤ ਹੈ ਅਤੇ ਪਲਾਜ਼ਮਾ ਡੋਨੇਟ ਕਰਨ ਦੀ ਲੋੜ ਹੈ। ਅਗਲੀ ਖਬਰ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਰਿਹਾ ਸੀ ਕਿ ਧਾਰਮਿਕ ਆਸਥਾ ਦੇ ਲਿਹਾਜ਼ ਨਾਲ ਉਮਰਾ ਮੱਕੇ ਦੀ ਯਾਤਰਾ ਮੁਸਲਿਮ ਭਾਈਚਾਰੇ ਵਾਸਤੇ ਬਹੁਤ ਅਹਿਮ ਹੈ। ਆਹ ਜਿਹੜੀ ਖਬਰ ਹੈ ਸਿੱਖ ਭਾਈਚਾਰੇ ਨਾਲ ਸੰਬੰਧਿਤ ਖਬਰ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਏ। ਪਹਿਲਾਂ ਕਹਿਣ ਲੱਗੇ ਕਿ ਕੁਝ ਸੜ ਗਏ, ਕੁਝ ਕਹਿਣ ਲੱਗੇ ਕਿ ਗਲਤੀ ਦੇ ਨਾਲ ਇੰਦਰਾਜ ਨਹੀਂ ਹੋਏ। ਪਹਿਲਾਂ ਗਿਣਤੀ ਹੋਰ ਦੱਸੀ ਗਈ, ਰਿਪੋਰਟ ਵਿੱਚ ਗਿਣਤੀ ਹੋਰ ਆਈ ਸੀ। ਪਹਿਲਾਂ ਇਹ ਕਿਹਾ ਗਿਆ ਸੀ ਕਿ ਜਿਹੜੇ ਸੰਬੰਧਿਤ ਦੋਸ਼ੀ ਵਿਅਕਤੀ ਹੋਣਗੇ ਉਹਨਾਂ ਦੇ ਉੱਤੇ FIR ਦਰਜ ਹੋਏਗੀ, ਉਹਨਾਂ ਦੇ ਉੱਤੇ ਮੁਕੱਦਮੇ ਚੱਲਣਗੇ। ਤੇ 12 ਕੁ ਵਿਅਕਤੀਆਂ ਨੂੰ ਕਿਸੇ ਨੂੰ ਮੁਅੱਤਲ ਕਰ ਦਿੱਤਾ ਗਿਆ, ਕਿਸੇ ਨੂੰ ਫਾਰਗ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਆਖਿਆ ਗਿਆ ਸੀ ਕਿ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਇਹਨਾਂ ਦੇ ਉੱਤੇ ਕਾਰਵਾਈ ਕਰੇਗੀ। ਹੁਣ ਇਹਨਾਂ ਲਾਪਤਾ ਹੋਏ ਸਰੂਪਾਂ ਦੇ ਮਾਮਲੇ ਦੇ ਵਿੱਚ ਇੱਕ ਅਲਟੀਮੇਟਮ ਦੇ ਦਿੱਤਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪ ਗਏ ਕਿੱਥੇ ਹੈ। ਇਹ ਮਾਮਲਾ ਲਗਾਤਾਰ ਗਰਮਾ ਰਿਹਾ। ਦਰਅਸਲ ਕਿਸਾਨ ਅੰਦੋਲਨ ਦੇ ਨਾਲ ਮੈਨੂੰ ਲੱਗਦਾ ਸੀ ਕਿ ਲੋਕਾਂ ਦਾ ਧਿਆਨ ਸ਼ਾਇਦ ਇੱਧਰੋਂ ਹਟ ਗਿਆ, ਪਰ ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਸੰਗਤਾਂ ਇੱਧਰਲੇ ਪਾਸੇ ਵੀ ਧਿਆਨ ਰੱਖੀ ਬੈਠੀਆਂ ਨੇ, ਉਹ ਵੀ ਲਗਾਤਾਰ ਆਪਣਾ ਧਿਆਨ ਇੱਧਰ ਕੇਂਦਰਿਤ ਕਰੀ ਬੈਠੀਆਂ ਨੇ। ਹੁਣ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ SCPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਚਿੱਠੀ ਲਿਖੀ ਹੈ, ਇੱਕ ਪੱਤਰ ਲਿਖਿਆ ਤੇ ਇਸ ਪੱਤਰ ਦੇ ਵਿੱਚ ਮੰਗ ਕੀਤੀ ਹੈ ਕਿ ਜਿਹੜੇ ਲਾਪਤਾ ਪਾਵਨ ਸਰੂਪ ਨੇ ਉਹਦੇ ਮਾਮਲੇ ਦੇ ਵਿੱਚ ਮੁਕੰਮਲ ਜਾਂਚ ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਜਾ ਰਹੀ। ਇੰਨਾ ਹੀ ਨਹੀਂ, ਇਹਨਾਂ ਮੁਲਾਜ਼ਮਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ 18 ਅਕਤੂਬਰ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਹ ਮੈਂਬਰ ਸ਼੍ਰੋਮਣੀ ਕਮੇਟੀ ਐਕਟ ਦੇ ਮੁਤਾਬਕ ਕਾਰਵਾਈ ਕਰਨਗੇ। ਇਹ ਪੱਤਰ ਦੇ ਉੱਤੇ ਕਈ ਵਿਅਕਤੀਆਂ ਨੇ ਦਸਤਖਤ ਕੀਤੇ ਨੇ। ਦਸਤਖਤ ਕਰਨ ਵਾਲਿਆਂ ਵਿੱਚ ਸੇਵਾ ਸਿੰਘ ਸੇਖਵਾਂ ਨੇ, ਜਸਵੰਤ ਸਿੰਘ ਨੇ, ਬਾਬਾ ਗੁਰਮੀਤ ਸਿੰਘ ਨੇ, ਜੈਪਾਲ ਸਿੰਘ ਨੇ, ਮਹਿੰਦਰ ਸਿੰਘ ਹੁਸੈਨਪੁਰ ਨੇ, ਮਿੱਠੂ ਸਿੰਘ ਨੇ, ਹਰਪ੍ਰੀਤ ਸਿੰਘ ਨੇ, ਅਮਰੀਕ ਸਿੰਘ ਸ਼ਾਹਪੁਰ ਨੇ ਅਤੇ ਕਈ ਹੋਰ ਵਿਅਕਤੀ ਵੀ ਨੇ ਜਿਨ੍ਹਾਂ ਨੇ ਦਸਤਖਤ ਕੀਤੇ ਨੇ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ। ਇਹਨਾਂ ਮੈਂਬਰਾਂ ਨੇ ਅਲਟੀਮੇਟਮ ਦਿੱਤਾ ਕਿ ਰਿਪੋਰਟ ਜਨਤਕ ਨਾ ਕਰਨ ਤੇ ਉਹ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਮਜਬੂਰ ਹੋਣਗੇ। ਇਹਨਾਂ ਮੈਂਬਰਾਂ ਨੇ ਦੋਸ਼ ਲਾਇਆ
ਕਿ ਮਈ 2016 ਦੇ ਵਿੱਚ ਅੱਗ ਲੱਗਣ ਅਤੇ ਪਾਣੀ ਦੀਆਂ ਵਾਛੜਾਂ ਦੇ ਨਾਲ ਪਾਵਨ ਸਰੂਪਾਂ ਨੂੰ ਨੁਕਸਾਨ ਨੂੰ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹ ਪਾਣੀ ਤੇ ਅੱਗ ਦੇ ਨਾਲ ਨੁਕਸਾਨ ਹੋ ਗਿਆ ਸੀ, ਇਹ ਸੰਗਤਾਂ ਨੂੰ ਸਰਾਸਰ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ, ਕਮਾਲ ਦੀ ਗੱਲ ਹੈ। ਪਹਿਲਾਂ ਕਿਹਾ ਗਿਆ ਸੀ ਕਿ ਪੁਲਿਸ ਵਾਰ ਕਾਰਵਾਈ ਕਰਾਂਗੇ, ਪਰ ਫਿਰ ਇਸ ਫੈਸਲੇ ਤੋਂ ਟਾਲਾ ਕਿਉਂ ਵੱਟਿਆ ਗਿਆ, ਇਹ ਗੱਲ ਜਨਤਕ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਰੂਪ ਗਾਇਬ ਹੀ ਨਹੀਂ ਹੋਏ, ਸਗੋਂ ਸੰਗਤ ਦੇ ਕੋਲ ਹੀ ਨੇ। ਉਹ ਕਹਿੰਦੇ ਇਸ ਸੰਬੰਧੀ ਜਾਂਚ ਰਿਪੋਰਟ ਨੂੰ ਜਨਤਕ ਕਰੋ, ਸਾਡੀ ਮੰਗ ਹੈ, ਪਰ ਹੁਣ ਤੱਕ ਜਾਂਚ ਰਿਪੋਰਟ ਜਨਤਕ ਨਹੀਂ ਕੀਤੀ ਗਈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਇਹ ਧਰਨੇ ਤੇ ਬੈਠੇ ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰ, ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦਾ ਧਰਨਾ 20ਵੇਂ ਦਿਨ ਵੀ ਜਾਰੀ ਸੀ। ਸੋ ਆਪਣੇ ਆਪ ਦੇ ਵਿੱਚ ਇਹ ਇੱਕ ਗੱਲ ਫਿਰ ਅਹਿਮ ਹੈ, ਮਹੱਤਵਪੂਰਨ ਹੈ ਕਿ ਕਿਤੇ ਇਹ ਨਾ ਹੋਵੇ ਕਿ ਇੱਕ ਮੁੱਦਾ ਵੱਡਾ ਹੋ ਗਿਆ ਤੇ ਦੂਸਰਾ ਮੁੱਦਾ ਕਿਤੇ ਦਬ ਕੇ ਰਹਿ ਜਾਵੇ। ਸਾਨੂੰ ਪੁਰਾਣੇ ਮੁੱਦਿਆਂ ਦੇ ਉੱਤੇ ਵੀ ਲਗਾਤਾਰ ਅੱਖ ਬਣਾ ਕੇ ਰੱਖਣੀ ਪਏਗੀ, ਲਗਾਤਾਰ ਦਬਾਅ ਬਣਾ ਕੇ ਰੱਖਣਾ ਪਏਗਾ। ਹੁਣ ਹੋ ਸਕਦਾ ਕੱਲ੍ਹ ਕਲਾ ਨੂੰ ਕਿਸਾਨ ਮੁੱਦੇ ਨਾਲ ਵੀ ਕੋਈ ਵੱਡਾ ਮੁੱਦਾ ਆ ਜਾਵੇ, ਕਿ ਫਿਰ ਅਸੀਂ ਕਿਸਾਨ ਮੁੱਦਾ ਭੁੱਲ ਜਾਵਾਂਗੇ, ਕੀ ਫਿਰ ਅਸੀਂ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਭੁੱਲ ਜਾਵਾਂਗੇ, ਕੀ ਫਿਰ ਅਸੀਂ ਬਰਗਾੜੀ ਕਾਂਡ ਭੁੱਲ ਜਾਵਾਂਗੇ, ਕੀ ਅਸੀਂ ਸਿਰਸੇ ਵਾਲੇ ਬਾਬੇ ਨੂੰ ਦਿੱਤੀ ਮੁਆਫੀ ਭੁੱਲ ਜਾਵਾਂਗੇ। ਸੋ ਕਹਿਣ ਦਾ ਭਾਵ ਜਿਹੜੇ ਮੁੱਦੇ ਚੱਲਦੇ ਨੇ ਉਹਨਾਂ ਦੀ ਪੈਰਵੀ ਕਰਦੇ ਰਹਿਣਾ ਬੜਾ ਲਾਜ਼ਮੀ ਹੈ। ਦੋਸਤੋ, ਇਹ ਸਨ ਕੁਝ ਅੱਜ ਦੀਆਂ ਖਬਰਾਂ। ਜੇਕਰ ਸੱਚਮੁੱਚ ਚੰਗੀਆਂ ਲੱਗੀਆਂ ਨੇ ਤਾਂ ਅੱਗੇ ਸ਼ੇਅਰ ਵੀ ਕਰ ਦਿਓ ਤੇ ਲਾਈਕ ਵੀ ਕਰ ਦਿਓ, ਤੇ ਜੇਕਰ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਦੇ ਨਾਲ ਹੀ ਜਾਣ ਤੋਂ ਪਹਿਲਾਂ ਕਹਾਂਗੇ ਕਿ ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।